ਧੰਨ ਵਾਹਿਗੁਰੂ। ਜੀਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਰਹਿਮਤ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦੀ ਵਿਚਾਰ ਜੋ ਪਿਛਲੇ ਦਿਨਾਂ ਤੋਂ ਪ੍ਰਾਰੰਭ ਹੈ, ਸੋ ਅੱਜ ਪੰਜਵੀਂ ਅਸ਼ਟਪਦੀ ਦੀ ਵਿਚਾਰ, ਪੰਜਵੀਂ ਅਸ਼ਟਪਦੀ ਦਾ ਸ਼ਲੋਕ ਪ੍ਰਾਰੰਭ ਹੋਣ ਜਾ ਰਿਹਾ ਹੈ। ਸੋ ਸਾਧ ਸੰਗਤ ਜੀ, ਆਓ ਸਰਵਣ ਕਰਨ ਦੀ ਨਿਮਾਣੀ ਜੀ ਕੋਸ਼ਿਸ਼ ਕਰੀਏ। ਸਤਿਗੁਰੂ ਜੀ ਤੋਂ ਧਿਆਨ ਇਕਾਗਰਤਾ ਮੰਗਣ ਦੀ ਜਾਚਨਾ ਕਰੀਏ ਔਰ ਸੁਰਤੀਆਂ ਬਿਰਤੀਆਂ ਜੋੜ ਕਰਕੇ ਗੁਰਬਾਣੀ ਸਾਹਿਬ ਜੀ ਦਾ ਸ਼ੁੱਧ ਉਚਾਰਨ ਔਰ ਵਿਚਾਰ ਸਰਵਣ ਕਰਨਾ ਕਰੀਏ। ਵਾਹਿਗੁਰੂ ਸਾਹਿਬ ਜੀ। ਸ਼ਲੋਕ। ਦੇਨਹਾਰ ਪ੍ਰਭ ਛੋੜ ਕੈ, ਲਾਗਹਿ ਆਨ ਸੁਆਏ। ਹਜੂਰ ਕਹਿੰਦੇ ਨੇ, ਹੇ ਜੀਵ, ਜੋ ਦੇਣਹਾਰ ਪਰਮੇਸ਼ਰ ਹੈ, ਉਹ ਪ੍ਰਭੂ ਸਮਰੱਥ ਹੈ। ਉਸ ਨੂੰ ਛੱਡ ਕਰਕੇ ਹੋਰਨਾਂ ਸਵਾਦਾਂ 'ਚ ਲੱਗ ਗਿਆ ਹੈ। ਸਵਾਦ ਨਾਮ ਪ੍ਰਯੋਜਨ ਦਾ ਕਹਿੰਦੇ ਹਨ। ਹੋਰਨਾਂ ਪ੍ਰਯੋਜਨਾਂ ਮਤਲਬਾਂ 'ਚ ਤੂੰ ਲੱਗ ਰਿਹਾ ਹੈ, ਹੋਰਨਾਂ ਰਸਾਂ 'ਚ ਸਵਾਦਾਂ 'ਚ ਲੱਗਦਾ ਹੈ। ਨਾਨਕ ਕਹੂ ਨ ਸੀਜਈ, ਬਿਨ ਨਾਵੈ ਪਤ ਜਾਏ। ਸਤਿਗੁਰੂ ਜੀ ਕਹਿੰਦੇ ਨੇ, ਕਹੂ ਕਿਸੇ ਪ੍ਰਕਾਰ ਤੂੰ ਸੀਜਈ ਛੁੱਟ ਨਹੀਂ ਸਕੇਗਾ, ਭਾਈ ਮੁਕਤ ਨਹੀਂ ਹੋ ਸਕੇਗਾ। ਸੱਚੇ ਪਾਤਸ਼ਾਹ ਦਾ ਨਾਮ ਜਿੰਨਾ ਚਿਰ ਨਹੀਂ ਜਪੇਗਾ, ਓਨਾ ਚਿਰ ਕਿਸੇ ਪ੍ਰਕਾਰ ਛੁਟਕਾਰਾ ਨਹੀਂ ਪਾਵੇਂਗਾ। ਨਾਮ ਤੋਂ ਬਿਨਾਂ ਤੇਰੀ ਇੱਜ਼ਤ ਇਸ ਲੋਕ 'ਚ ਵੀ ਤੇ ਪਰਲੋਕ 'ਚ ਵੀ ਚਲੀ ਜਾਵੇਗੀ। ਅਸ਼ਟਪਦੀ। 8 ਪਦਿਆਂ ਵਾਲੀ ਇਹ ਜੋ ਅਸ਼ਟਪਦੀ ਹੈ, 10-10 ਤੁਕਾਂ, 10-10 ਪੰਕਤੀਆਂ ਹਰ ਇੱਕ ਪਦੇ ਵਿੱਚ ਹਨ ਔਰ ਇਸ ਤਰ੍ਹਾਂ 10-10 ਤੁਕਾਂ, 10-10 ਪੰਕਤੀਆਂ ਵਾਲੇ 10 ਪਦੇ ਹਨ। ਮਾਫ ਕਰਨਾ, 8 ਪਦੇ ਹਨ। ਇਸ ਨੂੰ ਅਸ਼ਟਪਦੀ ਕਹਿੰਦੇ ਹਨ। 10 ਵਸਤੂ ਲੈ ਪਾਛੈ ਪਾਵੈ। ਸਾਧ ਸੰਗਤ ਜੀ ਦ੍ਰਿਸ਼ਟਾਂਤ ਦੁਆਰਾ ਹਜੂਰ ਫਰਮਾਉਂਦੇ ਹਨ, ਜਿਸ ਪ੍ਰਕਾਰ ਕਿਸੇ ਸ਼ਾਹੂਕਾਰ ਨੇ ਆਪਣੇ ਨੌਕਰ ਨੂੰ 10 ਚੀਜ਼ਾਂ ਦੇ ਦਿੱਤੀਆਂ ਕਿ ਲੈ ਭਾਈ, ਤੂੰ ਆਪ ਦੀਆਂ ਇਹਨਾਂ 10 ਚੀਜ਼ਾਂ ਨੂੰ ਜਿੱਥੇ ਸਮਝੇ ਵਰਤ ਸਕਦਾ ਹੈ। ਏਕ ਬਸਤ ਕਾਰਨ ਬਿਖੋਟ ਗਵਾਵੈ। ਇਹ ਜਿਹੜੀ 11ਵੀਂ ਥੈਲੀ ਹੈ, ਇੱਕ ਮੇਰੀ ਹੈ। ਇਹ ਮੇਰੀ ਅਮਾਨਤ ਸਾਂਭ ਕੇ ਰੱਖੀ। ਉਹ 10 ਤਾਂ ਲੈ ਕੇ ਵਸਤੂਆਂ ਪਿੱਛੇ ਆਪ ਦੇ ਕੰਮਾਂ ਕਾਰਾਂ ਵਿੱਚ
ਗੁਸ਼ਾਮਤਾ ਲੈ ਕੇ ਚਲਾ ਲੈਂਦਾ ਹੈ। ਇੱਕ ਜਿਹੜੀ ਅਮਾਨਤ ਸ਼ਾਹੂਕਾਰ ਦੀ ਰੱਖੀ ਹੋਈ ਹੈ ਵਸਤੂ, ਥੈਲੀ, ਉਹਦੇ ਵਾਸਤੇ ਵਿਖੋਟ ਵਿਸ਼ੇਸ਼ ਕਰਕੇ ਖਟਿਆਈ ਨਾਲ ਉਹਦੇ ਨਾਲੋਂ ਜਿਹੜਾ ਰਸ ਚ ਰੱਖਣਾ ਹੈ, ਇਹ ਸਭ ਗਵਾ ਲੈਂਦਾ ਹੈ। ਏਕ ਭੀ ਨਾ ਦੇ 10 ਭੀ ਹਿਰ ਲੇ। ਭਾਈ ਇਹ ਜਿਹੜੀ 11ਵੀਂ ਅਮਾਨਤ ਦਿੱਤੀ ਹੋਈ ਹੈ, ਜੇ ਇੱਕੋ ਉਹ ਸ਼ਾਹੂਕਾਰ ਦੀ ਨਹੀਂ ਇਹ ਦਿੰਦਾ ਤੇ 10 ਥੈਲੀਆਂ ਜਿਹੜੀਆਂ ਦਿੱਤੀਆਂ ਉਹ ਸ਼ਾਹੂਕਾਰ ਖੋਹ ਲਵੇ, ਤੋ ਮੂੜਾ ਕਹੁ ਕਹਾ ਕਰੇ। ਦੱਸੋ ਇਹ ਮੂਰਖ ਫਿਰ ਕੀ ਕਰ ਸਕਦਾ ਹੈ? ਉਸ ਕੋਲੋਂ ਕੁਝ ਵੀ ਹੋ ਨਹੀਂ ਸਕਦਾ ਹੈ। ਇਹ ਦ੍ਰਿਸ਼ਟਾਂਤ ਸੀ। ਸਤਿਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਹ 10 ਇੰਦਰੀਆਂ, ਅੱਖਾਂ, ਨੱਕ, ਕੰਨ ਆਦਿਕ 9 ਗੋਲਕਾਂ 'ਚ ਰਸਨਾ ਰਸ ਲੈਂਦੀ ਇੱਕ ਬੋਲਣ ਦਾ ਕੰਮ ਕਰਦੀ ਹੈ। ਇਹ 10 ਇੰਦਰੇ ਹੈਨਗੇ। ਇਹ 10 ਇੰਦਰੇ ਰੂਪੀ ਵਸਤੂਆਂ 'ਚ ਲੈ ਕੇ ਪਿੱਛੇ ਆਪ ਦੇ ਵਿਹਾਰ 'ਚ, ਵੇਖਣ 'ਚ, ਸੁਣਨ 'ਚ, ਸੁੰਘਣ 'ਚ, ਚਲਾਉਣ ਰੂਪ 'ਚ ਪਿੱਛੇ ਪਾ ਲੈਂਦੇ, ਜਮਾ ਕਰ ਲੈਂਦੇ ਹਨ। ਮਹਾਰਾਜ ਨੇ ਕਿਹਾ ਹੈ ਕਿ ਇੱਕ ਵਸਤੂ ਕੌਣ ਹੈ? ਮਨ। ਇਹ ਮਨ ਮੇਰੀ ਭੇਟਾ ਦੇਈ, ਇਹ ਥੈਲੀ ਮੇਰੀ ਹੈ, ਮੇਰੇ 'ਚ ਮਨ ਲਾ ਛੱਡੀ, ਫੇਰ ਸਾਰੇ ਇੰਦਰੇ ਤੇਰੇ ਜਿਹੜੇ ਕੰਮ ਕਰਦੇ ਹਨ ਉਹ ਮੇਰੇ 'ਚ ਜੁੜੇ ਰਹਿਣਗੇ। ਇਸ ਪ੍ਰਕਾਰ ਇੱਕ ਮਨ ਵਾਹਿਗੁਰੂ ਦੀ ਤਰਫ ਲਾਉਣ ਵਾਸਤੇ ਵਿਸ਼ੇਸ਼ ਕਰਕੇ ਖਟਿਆਈ ਦੇ ਨਾਲ ਮਹਾਰਾਜ ਨਾਲੋਂ ਰਸ ਗਵਾ ਲੈਂਦਾ ਹੈ। ਦੇਖੋ, ਇੱਕੋ ਇਹ ਮਨ ਵਾਹਿਗੁਰੂ ਦੀ ਭੇਟਾ ਨਹੀਂ ਕਰਦਾ। ਜੇ 10 ਇੰਦਰੇ ਜੇ ਅੰਨਾ ਕਰ ਦੇਵੇ, ਲੰਗਾ ਕਰ ਦੇਵੇ, ਗੂੰਗਾ ਕਰ ਦੇਵੇ, ਬੋਲਾ ਕਰ ਦੇਵੇ, ਇਹ ਕੀ ਕਰ ਸਕਦਾ ਹੈ? ਤਾਂ ਦੱਸੋ ਇਹ ਮੂਰਖ ਪਰਮੇਸ਼ਰ ਨਾਲ ਕੀ ਜ਼ੋਰ ਕਰ ਸਕਦਾ ਹੈ? ਇਹ ਮਨ ਨਹੀਂ ਉਹਦੇ ਵਿੱਚ ਲਾਉਂਦਾ ਹੈ। ਮਹਾਰਾਜ ਦਾ ਹੁਕਮ ਹੈ ਕਿ ਧਰਮ ਦੀ ਕਿਰਤ ਕਰਕੇ ਵੰਡ ਕੇ ਖਾਈ ਤੇ 10ਵਾਂ ਹਿੱਸਾ ਮੇਰੇ ਨਾਮ ਦਿਆ, ਨਾਮ ਦਾ ਕੱਢਿਆ ਕਰੀ। ਜਿਹੜੀ 10ਵਾਂ ਹਿੱਸਾ ਵੀ ਮੇਰੇ ਨਾਮ ਨਹੀਂ ਕਰ ਸਕਦਾ, ਦਸੌਂਦ ਨਹੀਂ ਕੱਢ ਸਕਦਾ, ਮੇਰੇ ਲਈ ਵਾਹਿਗੁਰੂ ਦੇ ਨਿਮਿੱਤ 10ਵਾਂ ਹਿੱਸਾ ਨਹੀਂ ਕੱਢਦਾ, ਖਟਿਆਈ ਕੱਟ ਕੇ ਵਿਖੋਟ ਗਵਾ ਲੈਂਦਾ, ਇਹ 10ਵਾਂ ਹਿੱਸਾ ਨਹੀਂ ਦਿੰਦਾ। ਜੇ ਸਾਰੇ ਪਦਾਰਥ ਵਾਹਿਗੁਰੂ ਖੋਹ ਲਵੇ, ਇਹਦੇ ਪਾਸੋਂ ਕੰਗਾਲ ਕਰ ਦੇਵੇ, ਤਾਂ ਇਹ ਮੂਰਖ ਕੀ ਕਰ ਸਕਦਾ ਹੈ? ਪਰਮੇਸ਼ਰ ਨਾਲ ਇਹਦਾ ਕੋਈ ਜ਼ੋਰ ਚੱਲ ਨਹੀਂ ਸਕਦਾ, ਕੋਈ ਜ਼ੋਰ ਨਹੀਂ ਚੱਲ ਸਕਦਾ। ਇਹ ਮੂਰਖਤਾਈ ਕਰਦਾ ਆਪਦੀ। ਮੂਰਖਾ, ਉਹ ਕੌਲ ਇਕਰਾਰ ਜੋ ਗਰਭ 'ਚ ਕਰਕੇ ਆਇਆ ਹੈ, ਧਰਮ ਦੀ ਕਿਰਤ ਕਰਕੇ ਵੰਡ ਕੇ ਖਾਣਾ, 10ਵਾਂ ਹਿੱਸਾ ਪਰਮੇਸ਼ਰ ਦੇ ਨਾਮ ਦੇਣਾ, ਇਹ ਮੂਰਖ ਕੀ ਕਰ ਸਕਦਾ ਜਦੋਂ ਉਸ ਦੀ ਆਗਿਆ ਤੋਂ ਉਲਟ ਚੱਲਦਾ ਹੈ? ਅੱਗੇ ਹਜ਼ੂਰ ਫਰਮਾਉਂਦੇ ਹਨ, ਜਿਸ ਠਾਕੁਰ ਸਿਓ ਨਾਹੀ ਚਾਰਾ। ਭਾਈ, ਜਿਸ ਵਾਹਿਗੁਰੂ ਨਾਲ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ, ਕੋਈ ਚਾਰਾ ਨਹੀਂ ਚੱਲ ਸਕਦਾ, ਅਕਾਲ ਪੁਰਖ ਦੇ ਨਾਲ, ਤਾਕੋ ਕੀਜੈ ਸਦ ਨਮਸਕਾਰਾ। ਉਸ ਪਰਮੇਸ਼ਰ ਨੂੰ ਹਮੇਸ਼ਾ ਹੀ ਨਮਸਕਾਰ ਬੰਦਨਾ ਕਰਨੀ ਬਣਦੀ ਹੈ। ਜਾ ਕੈ ਮਨ ਲਾਗਾ ਪ੍ਰਭ ਮੀਠਾ। ਜਿਨ੍ਹਾਂ ਦੇ ਮਨ ਵਿੱਚ ਮੇਰਾ ਵਾਹਿਗੁਰੂ ਪਿਆਰਾ ਮਿੱਠਾ ਲੱਗਿਆ ਹੈ, ਸਰਬ ਸੁਖ ਤਾਹੂ ਮਨ ਬੂਠਾ। ਸਾਰੇ ਸੁਖ ਮਹਾਰਾਜ ਸਾਹਿਬ ਨੇ ਉਹਨਾਂ ਦੇ ਮਨ ਵਿੱਚ ਵਸਾ ਦਿੱਤੇ ਆ। ਸਭ ਸੁੱਖਾਂ ਦੇ ਉਹ ਮਾਲਕ ਬਣ ਗਏ ਹਨ। ਜਿਸ ਜਨ ਆਪਣਾ ਹੁਕਮ ਮਨਾਇਆ। ਭਾਈ, ਜਿਨ੍ਹਾਂ ਜਨਾਂ ਨੂੰ ਅਕਾਲ ਪੁਰਖ ਨੇ ਆਪ ਦਾ ਭਾਣਾ ਰੂਪ ਹੁਕਮ ਨੂੰ ਮਨਾਉਣਾ ਕੀਤਾ ਹੈ, ਸਰਬ ਥੋਕ ਨਾਨਕ ਤਿਨ ਪਾਇਆ। ਸਾਰੇ ਉਹਨਾਂ ਥੋਕ ਪਦਾਰਥਾਂ ਨੂੰ ਗੁਰੂ ਸਾਹਿਬ ਜੀ ਕਹਿੰਦੇ ਪਾ ਲਿਆ ਹੈ। ਸਾਰੇ ਪਦਾਰਥ ਧਰਮ
ਅਰਥ ਕਾਮ ਮੋਖ ਉਹਨਾਂ ਨੂੰ ਪ੍ਰਾਪਤ ਹੋ ਗਏ ਆ, ਜਿਨ੍ਹਾਂ ਤੋਂ ਆਗਿਆ ਮਨਾ ਲਈ ਹੈ ਸੱਚੇ ਪਾਤਸ਼ਾਹ ਜੀ ਨੇ। ਜੋ ਭਾਣਾ ਮੰਨਦੇ ਆ ਵਾਹਿਗੁਰੂ ਜੀ ਦਾ, ਸਿਮਰਨ ਕਰਦੇ ਆ, 10ਵਾਂ ਹਿੱਸਾ ਪਰਮਾਤਮਾ ਦੀ ਨਿਮਿੱਤ ਕੱਢਦੇ ਆ, ਕਿਰਤ ਕਰਕੇ ਵੰਡ ਕੇ ਖਾਂਦੇ ਹਨ, ਉਹਨਾਂ ਨੂੰ ਸਾਰੇ ਸੁੱਖ ਮਹਾਰਾਜ ਦੇ ਪਾਸੋਂ ਪ੍ਰਾਪਤ ਹੁੰਦੇ ਹਨ। ਪਹਿਲਾ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਤਮਾ ਆਨੰਦ ਜੋ ਸਤ ਆਨੰਦ ਸਰੂਪ ਵਸਤੂ ਹੈ, ਉਹਨੂੰ ਸਿੱਖ ਨੂੰ ਦੱਸ ਕਰਕੇ ਇਹਦਾ ਜਿਹੜਾ ਦੇਹ ਦਾ ਅਭਿਮਾਨ ਹੈ ਇਹਨੂੰ ਪਿੱਛੇ ਪਾ ਦਿੰਦੇ ਆ, ਦੇਹ ਦਾ ਅਧਿਆਸ ਗਵਾ ਦਿੰਦੇ ਆ ਕਿ ਹੇ ਭਾਈ, ਉਹ ਵਾਹਿਗੁਰੂ ਜੋ ਆਤਮਾ ਆਨੰਦ ਸਰੂਪ ਹੈ ਉਸ ਨੂੰ ਦੱਸ ਕਰਕੇ ਉਹਦੇ ਪਿੱਛੇ ਉਸ ਨੂੰ ਪਾ ਦਿੰਦੇ ਕਿ ਹਰ ਵਕਤ ਉਹਦੇ ਪਰਮੇਸ਼ਰ ਦੇ ਪਿੱਛੇ ਪਿਆ ਰਹੋ ਕਿ ਤੈਨੂੰ ਪ੍ਰਾਪਤ ਹੋ ਸਕੇ, ਜਿਵੇਂ ਲਿਵ ਲਾਈ ਰੱਖ। ਦੂਸਰਾ, ਇੱਕ ਵੇਖੋ ਗੁਰੂ ਮਹਾਰਾਜ ਸਾਹਿਬ ਨੂੰ ਤਨ ਮਨ ਧਨ ਦੇਣ ਵਾਸਤੇ ਇੱਕ ਆਤਮਾ ਆਨੰਦ ਰੂਪੀ ਵਸਤੂ ਦੀ ਪ੍ਰਾਪਤੀ ਵਾਸਤੇ ਯਤਨ ਨਹੀਂ ਕਰਦਾ, ਬਿਖੋਟ ਨੂੰ ਬਿਨਾਂ ਖੋਟ ਤੋਂ ਸਦਾ ਲਈ ਗਵਾ ਲੈਂਦਾ, ਪਰ ਕਦੇ ਸਨਮੁਖ ਨਹੀਂ ਰਹਿੰਦਾ। ਆਪ ਦੀ ਸਫਾਈ ਗਵਾ ਲੈਂਦਾ, ਰਜਾ 'ਚ ਨਹੀਂ ਚੱਲਦਾ। ਜਿਵੇਂ ਗੁਰੂ ਸਾਹਿਬ ਦੀ ਆਗਿਆ ਹੈ ਉਸ ਅਨੁਸਾਰ ਚੱਲ ਕੇ ਨਿਹਾਲ ਹੋ ਸਕਦਾ। ਨੰਬਰ 3, ਗੁਰੂ ਸਾਹਿਬ ਜਦੋਂ ਪਰਲੋਕ ਦਾ ਭੈ ਨਹੀਂ ਇਸ ਨੂੰ ਨਹੀਂ ਦਿੰਦੇ। ਇਸ ਪ੍ਰਕਾਰ ਦੱਸ ਕੇ ਉਪਦੇਸ਼ ਵੀ ਬਹੁੜੋ ਜਿਹੜੇ 7 ਪ੍ਰਕਾਰ ਦੇ ਭੈ ਆ, ਅਨੇਕ ਪ੍ਰਕਾਰ ਦੇ ਭੈ ਸਾਰੇ ਮੇਟ ਦਿੰਦੇ ਆ। ਜਿਨ੍ਹਾਂ ਨੂੰ ਭੈ ਹੈ ਪਰਲੋਕ ਦਾ, ਉਹਨਾਂ ਨੂੰ ਐਸ ਲੋਕ ਦਾ ਭੈ ਨਹੀਂ। ਜਿਹੜੇ ਪਰਲੋਕ ਦੇ ਭੈ ਤੋਂ ਸੁੰਝੇ ਹਨ ਉਹਨਾਂ ਨੂੰ ਬੇਅੰਤ ਭੈ ਲੱਗੇ ਹੋਏ ਹਨ। ਇਸ ਪ੍ਰਕਾਰ ਇੱਕ ਭੈ ਹੀ ਨਹੀਂ ਮਹਾਰਾਜ ਦੱਸਦੇ ਪਰਮੇਸ਼ਰ ਦਾ, ਦੱਸ ਕਰਕੇ ਉਪਦੇਸ਼ ਵੀ ਬਹੁੜੋ ਸਾਰੇ ਭੈ ਨੂੰ ਹਰ ਲੈਂਦਾ, ਨਾਸ ਕਰ ਦਿੰਦੇ ਆ। ਐਸਾ ਗੁਰੂ ਸਾਹਿਬ ਦਾ ਉਪਦੇਸ਼ ਹੈ। ਨੰਬਰ 4, ਤਾਂ ਫਿਰ ਇਹ ਮੂੜਾ ਸਥਿਤ ਹੋ ਜਾਂਦਾ ਉਸ ਸਰੂਪ ਦੇ ਵਿੱਚ। ਕਹੋ ਦੇ ਵਿੱਚ ਕਿਸ ਪ੍ਰਕਾਰ ਦੀ ਵਾਸ਼ਨਾ ਫਿਰ ਕਰੇਗਾ? ਨਹੀਂ ਫਿਰ ਵਾਸ਼ਨਾ ਕੋਈ ਫੁਰਦੀ। ਨੰਬਰ 5, ਉਹ ਸਾਰਿਆਂ ਨੂੰ ਭਾਣਾ ਮੰਨਣ ਦਾ ਉਪਦੇਸ਼ ਦਿੰਦਾ ਕਿ ਹੇ ਭਾਈ, ਜਿਸ ਵਾਹਿਗੁਰੂ ਨਾਲ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ। ਨੰਬਰ 6, ਸਦਾ ਉਸ ਦੇ ਅੱਗੇ ਬੰਦਨਾ ਕਰਨੀ ਬਣਦੀ ਹੈ। ਨੰਬਰ 7, ਜਿਨ੍ਹਾਂ ਦੇ ਮਨ 'ਚ ਪਰਮੇਸ਼ਰ ਦਾ ਉਪਦੇਸ਼ ਮਿੱਠਾ ਪਿਆਰਾ ਲੱਗਾ ਹੈ। ਨੰਬਰ 8, ਸਾਰੇ ਸੁੱਖ ਉਹਨਾਂ ਦੇ ਸਾਧ ਸੰਗਤ ਦੀ ਮਨ 'ਚ ਵਸ ਗਏ। ਮਹਾਰਾਜ ਦੀ ਐਸੀ ਕਿਰਪਾ ਹੋ ਗਈ ਹੈ। ਨੰਬਰ 9, ਜਿਸ ਆਪ ਦੇ ਜਨ ਸੇਵਕ ਤੋਂ ਮਹਾਰਾਜ ਜੀ ਨੇ ਆਪਣਾ ਹੁਕਮ ਰਜਾ ਮਨਾ ਲਈ ਹੈ। ਨੰਬਰ 10, ਸਾਰੇ ਥੋਕ 9 ਪਦਾਰਥਾਂ ਦੇ, ਸਾਰਿਆਂ ਪਦਾਰਥਾਂ ਨੂੰ ਧਰਮ ਅਰਥ ਕਾਮ ਮੋਖ ਨੂੰ ਸਲੋਕ ਸਮੀਪ ਸੰਯੁਕਤ ਆਦਿਕ ਮੁਕਤੀਆਂ ਰੂਪ ਪਦਾਰਥਾਂ ਸਾਰਿਆਂ ਨੂੰ ਤਿੰਨਾਂ ਪੁਰਖਾਂ ਨੇ ਪਾ ਲਿਆ ਹੈ। ਸਤਿਗੁਰੂ ਜੀ ਕਹਿੰਦੇ ਹਨ, ਅਗਨਤ ਸਾਹ ਆਪਣੀ ਦੇ ਰਾਸ। ਦੇਖੋ ਉਹ ਪਰਮੇਸ਼ਰ ਸ਼ਾਹੂਕਾਰ ਹੈ, ਸੱਚਾ ਪਾਤਸ਼ਾਹ। ਉਹ ਗਿਣਤੀ ਤੋਂ ਰਹਿਤ ਆਪਣੀ ਰਾਸ ਪੂੰਜੀ ਸਾਨੂੰ ਸੂਖਮ ਸਰੀਰ ਅਤੇ ਅਸਥੂਲ ਸਰੀਰ ਕਾਰਨ ਦੇਹ ਦਸੇ ਇੰਦਰੀਏ ਅਤੇ ਇਹਨਾਂ 'ਚ ਸਤ ਸੰਤੋਖ ਦਇਆ ਧਰਮ ਵਿਚਾਰ ਆਦਿਕ ਔਗਣ ਤੇ ਗੁਣ ਸਾਰੇ ਟਿਕਾਏ ਹੋਏ ਆ ਸਰੀਰ ਦੇ ਅੰਦਰ। ਅਣਗਿਣਤ ਹੀ ਆਪ ਦੀ ਰੱਖਿਆ ਕਰਨ ਵਾਸਤੇ ਸ਼ਾਂਤੀ ਖਿਮਾ ਅਤੇ ਸ਼ਰਧਾ ਧੀਰਜ ਆਦਿਕ ਗੁਣ ਉਸ ਮੇਰੇ ਵਾਹਿਗੁਰੂ ਸ਼ਾਹ ਨੇ ਆਪਣੀ ਰਾਸ ਪੂੰਜੀ ਇਸ ਜੀਵ ਨੂੰ ਦੇਣਾ ਕੀਤੀ ਹੈ। ਖਾਤ ਪੀਤ ਵਰਤੈ ਆਨੰਦ ਉਲਾਸ, ਉਹਦੇ ਦਿੱਤੇ ਹੋਏ ਪਦਾਰਥਾਂ ਨੂੰ ਖਾਂਦਾ ਹੈ, ਪੀਂਦਾ ਰਸਾਂ ਕਸਾਂ ਦੇ ਤਾਈਂ ਬੜਾ ਮਹਾਰਾਜ ਦੀ ਸੱਤਾ ਦੇ ਆਸਰੇ ਆਨੰਦ ਦੇ ਨਾਲ ਉਲਾਸ ਉਤਸ਼ਾਹ ਦੇ ਨਾਲ ਉੱਚਲ ਉੱਚਲ ਮਨ 'ਚ ਵੀ ਉਲਾਸ ਦੇ ਸਹਿਤ ਹੋ ਕੇ ਵਰਤਦਾ ਹੈ। ਆਪਣੀ ਅਮਾਨ ਕਛ ਬਹੁਰ ਸਾਹ ਲੇ, ਜੇ ਮੇਰਾ ਵਾਹਿਗੁਰੂ ਆਪਣੀ ਅਮਾਨਤ ਕੋਈ ਧਨ ਇਹਦਾ ਨਾਸ਼ ਕਰ ਦੇਵੇ ਜਾਂ ਪੁੱਤਰ ਇਸਤਰੀ ਇਹਦਾ ਨਾਸ਼ ਕਰ ਦੇਵੇ, ਕੋਈ ਨਾ ਕੋਈ ਅਮਾਨਤ ਹੈ ਨਾ ਉਹਦੀ ਦਿੱਤੀ ਹੋਈ ਸਾਨੂੰ ਪੁੱਤਰ ਧੀਆਂ ਆਦਿਕ
ਜੋ ਪਦਾਰਥ ਦਿੱਤੇ ਹੋਏ ਆ ਉਹਨਾਂ ਚੋਂ ਜੇ ਕੋਈ ਅਮਾਨਤ ਵਾਹਿਗੁਰੂ ਵਾਪਸ ਲੈ ਲਵੇ, ਇਸ ਦੇ ਕੋਲੋਂ ਖੋਹ ਲਵੇ, ਅਗਿਆਨੀ ਮਨ ਰੋਸ ਕਰੇ। ਇਹ ਵੱਡਾ ਅਗਿਆਨੀ ਹੈ ਕਿ ਮਨ 'ਚ ਗੁੱਸਾ ਕਰਦਾ ਹੈ ਕਿ ਪਰਮੇਸ਼ਰ ਨੇ ਮੇਰਾ ਕਿਉਂ ਸਭ ਕੁਝ ਲੁੱਟ ਲਿਆ। ਜਿਵੇਂ ਇੱਕ ਸ਼ਾਹੂਕਾਰ ਸੀ, ਉਸ ਦੇ 4 ਪੁੱਤਰ ਸਨ। ਸਾਧ ਸੰਗਤ ਜੀ, ਚਾਰੇ ਪੁੱਤਰ ਗੁਜ਼ਰ ਗਏ। ਉਹ ਬਾਹਰ ਜਾ ਕੇ ਖਾਲੀ ਜ਼ਿਮੀਂਦਾਰ ਦੇ ਮਣੇ 'ਤੇ ਬੈਠ ਕੇ ਰਾਖਾ ਬਣ ਕੇ ਰੋਣ ਲੱਗ ਪਿਆ। ਸਾਖੀ 'ਚ ਵਾਕ ਆਉਂਦਾ ਹੈ, ਕਹੇ ਕਿ ਮੈਨੂੰ ਪਰਮੇਸ਼ਰ ਨੇ ਕੁਝ ਨਹੀਂ ਦਿੱਤਾ, ਮੇਰਾ ਸਭ ਕੁਝ ਉਜਾੜ ਦਿੱਤਾ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨੂੰ ਸਿੱਖਿਆ ਦੇਣ ਵਾਸਤੇ ਉੱਥੇ ਗਏ। ਜ਼ਿਮੀਂਦਾਰ ਨੂੰ ਬੁਲਾ ਕੇ ਭਾਈ ਬਾਲੇ ਦੇ ਤਾਈਂ ਉਹਨੂੰ ਕਿਹਾ ਕਿ ਕਿਉਂ ਭਾਈ, ਤੈਨੂੰ ਪਰਮੇਸ਼ਰ ਨੇ ਕੁਝ ਨਹੀਂ ਦਿੱਤਾ? ਕਹਿੰਦਾ, ਮੇਰੇ 4 ਪੁੱਤਰ ਸੀ, ਉਹ ਵੀ ਮਾਰ ਲਏ, ਮੇਰਾ ਸਭ ਕੁਝ ਖੋਹ ਲਿਆ ਹੈ। ਉਸ ਵਕਤ ਗੁਰੂ ਸਾਹਿਬ ਨੇ ਕਿਹਾ, ਤੈਨੂੰ 10,000 ਰੁਪਇਆ ਕਰਤਾਰ ਦੇ ਪਾਸੋਂ ਦਿਵਾ ਦਿੰਦੇ ਹਾਂ, ਤੂੰ ਦੋਵੇਂ ਹੱਥ ਦੇ ਦੇ ਸਾਨੂੰ। ਕਹਿਣ ਲੱਗਾ, ਮਹਾਰਾਜ ਰੋਟੀ ਮੈਂ ਕਿਹਦੇ ਨਾਲ ਖਾਇਆ ਕਰੂੰ, ਇਹ ਨਹੀਂ ਮੈਂ ਦੇ ਸਕਦਾ। ਫਿਰ ਮਹਾਰਾਜ ਦੀਨ ਦੁਨੀ ਦੇ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਫਿਰ ਕਿ ਦੋਵੇਂ ਪੈਰ ਦੇ ਦੇ, 20,000 ਰੁਪਇਆ ਅਸੀਂ ਤੈਨੂੰ ਕਰਤਾਰ ਪਾਸੋਂ ਦਿਵਾਉਂਦੇ ਹਾਂ। ਫਿਰ ਕਹਿੰਦਾ, ਮੈਂ ਤੁਰੂੰ ਕਿਵੇਂ? ਫਿਰ ਕਹਿੰਦੇ, ਜ਼ੁਬਾਨ ਦੇ ਦੇ ਕਿ ਮੈਂ ਕਹਿੰਦਾ ਬੋਲੂੰ ਕਿਵੇਂ? ਹਜ਼ੂਰ ਕਹਿੰਦੇ, ਲੱਖ ਰੁਪਇਆ ਕਰਤਾਰ ਕੋਲੋਂ ਦਿਵਾਉਂਦੇ ਹਾਂ, ਇਹ ਤੂੰ ਸਿਰ ਦੇ ਦੇ। ਕਹਿਣ ਲੱਗਾ, ਮਹਾਰਾਜ ਮੈਂ ਜਿਉਂਦਾ ਰਹੂੰ, ਮੇਰੇ ਕੀ ਕੰਮ ਆਊ? ਮਹਾਰਾਜ ਕਹਿਣ ਲੱਗੇ, ਕਮਲਿਆ, ਸਭ ਕੁਛ ਗੋਬਿੰਦ ਨੇ ਦਿਆ, ਦੀਨੀ ਮਾਣਕ ਦੇਹ, ਸਾਧ ਸੰਗ ਹਰ ਭਜਨ ਕਰ, ਜਨਮ ਸਫਲ ਕਰ ਲੇਹ। ਕਿ ਜੇ ਤੈਨੂੰ ਮਨੁੱਖ ਦੇਹ ਦਿੱਤੀ ਹੈ, ਤੈਨੂੰ ਸਭ ਕੁਝ ਪਰਮੇਸ਼ਰ ਨੇ ਦੇ ਦਿੱਤਾ ਹੈ। ਇਸ ਕਰਕੇ ਤੈਨੂੰ ਚਾਹੀਦਾ ਹੈ ਸਾਧ ਸੰਗਤ ਵਿੱਚ ਪਰਮੇਸ਼ਰ ਦਾ ਭਜਨ ਕਰਕੇ ਆਪ ਦਾ ਜਨਮ ਸਫਲਾ ਕਰ ਲਵੇ, ਰੋਸ ਨਾ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ। ਵੇਖੋ ਅੰਤਰਜਾਮੀ ਅੱਗੇ ਵਾਸਤੇ ਇਹਨੂੰ ਕੀ ਦਾਤ ਦੇਵੇਗਾ। ਜਿਹੜਾ ਅਮਾਨਤ ਵਾਪਸ ਕਰਨ ਲੱਗੇ ਤੋਂ ਨਾਰਾਜ਼ ਹੋ ਜਾਂਦਾ ਹੈ, ਇਹ ਆਪ ਦਾ ਭਰੋਸਾ ਹੈ, ਪਰਮੇਸ਼ਰ ਵੱਲੋਂ ਆਪ ਹੀ ਗਵਾ ਲੈਂਦਾ ਹੈ, ਖੋਹ ਲੈਂਦਾ ਹੈ। ਬਹੁਰ ਉਸਕਾ ਵਿਸ਼ਵਾਸ ਨਾ ਹੋਵੈ। ਉਸ ਆਦਮੀ ਦਾ ਕੋਈ ਭਰੋਸਾ ਫਿਰ ਨਹੀਂ ਹੁੰਦਾ। ਮਹਾਰਾਜ ਸਾਹਿਬ ਉਸ ਪੁਰਖ ਦੇ ਜਿਹੜਾ ਦਿੱਤੀ ਹੋਈ ਅਮਾਨਤ ਵਾਪਸ ਕਰ ਦੇਵੇ ਤੋਂ ਘਬਰਾਉਂਦਾ ਹੈ, ਉਸ 'ਤੇ ਮਹਾਰਾਜ ਸਾਹਿਬ ਭਰੋਸਾ ਨਹੀਂ ਕਰਦੇ, ਵਿਸ਼ਵਾਸ ਨਹੀਂ ਕਰਦੇ। ਜਿਸ ਕੀ ਬਸਤ ਤਿਸ ਆਗੈ ਰਾਖੈ। ਇਹ ਤਾਂ ਚਾਹੀਦਾ ਹੈ ਜਦੋਂ ਕਲਗੀਧਰ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਸ਼ਹੀਦ ਹੋਏ ਆ, ਉਸ ਵੇਲੇ ਅਰਦਾਸਾ ਕੀਤਾ ਸੀ ਕਿ ਹੇ ਅਕਾਲ ਪੁਰਖ, ਤੇਰੀ ਅਮਾਨਤ ਸੀ, ਤੇਰੇ ਪਾਸ ਸੱਚੇ ਪਾਤਸ਼ਾਹ ਪਹੁੰਚ ਚੁੱਕੀ ਹੈ, ਅਸੀਂ ਸੁਰਖਰੂ ਹੋ ਗਏ ਹਾਂ, ਧਰਮ ਦੇ ਵਾਸਤੇ ਸਾਹਿਬਜ਼ਾਦਿਆਂ ਕੁਰਬਾਨੀ ਦਿੱਤੀ ਹੈ, ਇਉਂ ਜਿਸ ਦੀ ਵਸਤੂ ਹੈ ਤਿਸ ਵਾਹਿਗੁਰੂ ਅੱਗੇ ਰੱਖਣਾ ਕਰੇ। ਪ੍ਰਭ ਕੀ ਆਗਿਆ ਮਾਨੈ ਮਾਥੈ। ਸਾਧ ਸੰਗਤ ਜੀ, ਇਬਰਾਹੀਮ ਨੇ ਕਿਹਾ ਸੀ ਕਿ ਮੈਂ ਕੁਰਬਾਨੀ ਦੇਣੀ ਚਾਹੁੰਦਾ ਹਾਂ, ਤੇ ਇਬਰਾਹੀਮ ਨੂੰ ਆਕਾਸ਼ਵਾਣੀ ਰਾਹੀਂ ਮਹਾਰਾਜ ਨੇ ਕਿਹਾ ਕਿ ਹੇ ਇਬਰਾਹੀਮ, ਪਿਆਰੀ ਚੀਜ਼ ਦੀ ਕੁਰਬਾਨੀ ਦੇ ਜੋ ਤੈਨੂੰ ਸਭ ਤੋਂ ਪਿਆਰੀ ਹੈ। ਇਹ ਕਹਿਣ ਲੱਗਾ ਕਿ ਪਿਆਰਾ ਇਸਮਾਈਲ ਪੁੱਤਰ ਹੈ ਮੇਰਾ। ਕਹਿੰਦੇ, ਚੰਗਾ, ਉਸੇ ਦੀ ਕੁਰਬਾਨੀ ਦੇ ਦੇ। ਉਸ ਵੇਲੇ ਜਦੋਂ ਕੁਰਬਾਨੀ ਦੇਣ ਲੱਗਾ, ਆਪ ਦੇ ਮੁਰੀਦਾਂ ਨੂੰ ਕਹਿੰਦਾ, ਮੇਰੀਆਂ ਅੱਖਾਂ ਅੱਗੇ ਪੱਟੀ ਬੰਨ੍ਹ ਦਿਓ, ਮੈਥੋਂ ਪੁੱਤਰ ਦੇ ਉੱਤੇ ਛੁਰੀ ਨਹੀਂ ਚਲਾਈ ਜਾ ਸਕਦੀ।
ਉਸ ਵੇਲੇ ਕਹਿੰਦੇ ਮੁਰੀਦਾਂ ਨੇ ਇਹਦੇ ਅੱਗੇ ਛਤਰਾ ਕਰ ਦਿੱਤਾ ਤੇ ਖੁਦਾ ਨੇ ਛਤਰਾ ਹੀ ਪ੍ਰਵਾਨ ਕਰ ਲਿਆ। ਉਦੋਂ ਦੀ ਬੱਕਰੇ ਛਤਰੇ ਦੀ ਇਹ ਕੁਰਬਾਨੀ ਦਿੰਦੇ ਆ ਲੋਕ। ਸੋ ਇਉਂ ਪੁੱਤਰ ਦੇ ਉੱਤੇ ਛੁਰੀ ਨਹੀਂ ਸੀ ਚਲਾ ਸਕਿਆ। ਇਸ ਪ੍ਰਕਾਰ ਸਤਿਗੁਰਾਂ ਨੇ ਆਪਣੇ ਸਾਹਮਣੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾ ਕੇ ਫਿਰ ਵਾਹਿਗੁਰੂ ਦੇ ਅੱਗੇ ਅਰਦਾਸ ਕੀਤੀ ਹੈ। ਇਹ ਹੈ ਮੁਲਕ ਦੇ ਉੱਤੋਂ ਕੁਰਬਾਨੀ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਦੀ। ਮਾਤਾਵਾਂ ਦੇ ਪੁੱਛਣ ਤੇ ਸਤਿਗੁਰੂ ਨੇ ਬਚਨ ਕਹੇ, ਇਨ ਪੁੱਤਰਨ ਕੇ ਸੀਸ ਸਿਓ ਵਾਰ ਦੀਏ ਸੁਤ ਚਾਰ, ਚਾਰ ਮੁਏ ਤੋ ਕਿਆ ਹੁਆ ਜੀਵਤ ਲੱਖ ਹਜ਼ਾਰ। ਇਹ ਬਚਨ ਕਰਕੇ ਸਾਨੂੰ ਆਪਣੇ ਪੁੱਤਰ ਬਣਾਇਆ ਹੈ। ਸੋ ਸਾਧ ਸੰਗਤ ਜੀ ਉਸ ਵਾਹਿਗੁਰੂ ਦੀ ਰਜ਼ਾ 'ਚ ਚੱਲਣਾ ਯੋਗ ਹੈ, ਭਲਾ ਹੈ। ਸਤਿਗੁਰੂ ਆਪ ਫਰਮਾ ਰਹੇ ਹਨ ਕਿ ਜਿਸ ਵਾਹਿਗੁਰੂ ਨੇ ਸਾਨੂੰ ਵਸਤੂ ਦਿੱਤੀ ਹੈ ਉਸ ਦੇ ਅੱਗੇ ਭੇਟਾ ਕਰ ਦੇਵੇ, ਰੱਖ ਦੇਵੇ। ਪਰਮੇਸ਼ਰ ਦੀ ਆਗਿਆ ਨੂੰ ਮੱਥੇ ਤੇ ਮੰਨੇ, ਸਿਰ ਤੇ ਭਲਾ ਭਲਾ ਕਰਕੇ ਜਾਣੇ। ਉਸ ਤੇ ਚੌਗਨ ਕਰੈ ਨਿਹਾਲ। ਇਹ ਮੇਰਾ ਵਾਹਿਗੁਰੂ ਪਾਰ ਬ੍ਰਹਮ ਉਸ ਨੂੰ ਚੌਗਣਾ ਨਿਹਾਲ ਕਰ ਦਿੰਦਾ ਹੈ। ਇੱਕ ਮਾਤਾ ਦਾ ਸਤਿਗੁਰੂ ਸਾਹਿਬ ਜੀ ਦੇ ਆਨੰਦਪੁਰ ਸਾਹਿਬ ਦੇ ਜੰਗ ਵਿੱਚ ਇੱਕ ਪੁੱਤਰ ਸ਼ਹੀਦ ਹੋ ਗਿਆ। ਉਹ ਗੁਰੂ ਕਲਗੀਧਰ ਮਹਾਰਾਜ ਦੇ ਪਾਸ ਆਈ, ਕਹਿਣ ਲੱਗੀ, ਮਹਾਰਾਜ ਮੇਰਾ ਪੁੱਤਰ ਸਫਲਾ ਹੋ ਗਿਆ ਹੈ, ਜੋ ਆਪ ਦੇ ਕੰਮ ਆਇਆ, ਸ਼ਹੀਦ ਹੋ ਗਿਆ ਹੈ। ਗੁਰੂ ਸਾਹਿਬ ਨੇ ਕਿਰਪਾ ਕਰਕੇ ਕਿਹਾ, ਮਾਤਾ ਤੈਨੂੰ 4 ਪੁੱਤਰ ਹੋਰ ਬਖਸ਼ੇ। ਫਿਰ ਉਸ ਮਾਤਾ ਦੇ 4 ਪੁੱਤਰ ਹੋਏ। ਚਾਰੋਂ ਸਿੰਘ ਸਜਾ ਕੇ ਉਸਨੇ ਗੁਰੂ ਸਾਹਿਬ ਦੀ ਸੇਵਾ 'ਚ ਲਾ ਦਿੱਤੀ। ਇਸ ਪ੍ਰਕਾਰ ਸਾਧ ਸੰਗਤ ਜੀ ਉਸ ਨੂੰ ਚੌਗਣਾ ਨਿਹਾਲ ਮਹਾਰਾਜ ਕਰ ਦਿੰਦੇ ਹਨ। ਨਾਨਕ ਸਾਹਿਬ ਸਦਾ ਦਇਆਲ। ਇੱਥੇ ਸਾਧ ਸੰਗਤ ਜੀ ਅਸੀਂ ਦਇਆਲ ਪੜ੍ਹਨਾ ਹੈ, ਦਿਆਲ ਨਹੀਂ ਪੜ੍ਹਨਾ, ਕਿਉਂਕਿ ਦੱਦਾ ਈੜੀ ਨੂੰ ਸਿਹਾਰੀ, ਆੜੇ ਨੂੰ ਕੰਨਾ ਲੱਲਾ। ਲੱਲੇ ਦੇ ਪੈਰ 'ਚ ਭਾਵੇਂ ਔਂਕੜ ਲੱਗਾ ਹੈ, ਇਹ ਅਰਥਾਂ ਵਾਸਤੇ ਔਂਕੜ ਲੱਗਾ ਹੈ। ਸਤਿਗੁਰੂ ਕਹਿੰਦੇ ਨਾਨਕ ਸਾਹਿਬ ਸਦਾ ਦਇਆਲ। ਉਹ ਸਾਹਿਬ ਪਰਮੇਸ਼ਰ ਸਦਾ ਸਦਾ ਦਇਆਲੂ ਹੈ, ਦਇਆ ਦਾ ਘਰ ਹੈ। ਦਇਆਲ, ਦਇਆ ਨਾਮ ਦਇਆ ਦਾ ਹੈ, ਆਲੈ ਨਾਮ ਘਰ ਦਾ ਹੈ। ਕਹਿੰਦੇ ਅਨਕ ਭਾਂਤ ਮਾਇਆ ਕੇ ਹੇਤ। ਇਹ ਜੀਵ ਅਨੇਕ ਤਰ੍ਹਾਂ ਕਰਕੇ ਯਤਨ ਕਰਦਾ ਰਹਿੰਦਾ ਹੈ, ਮਾਇਆ ਦੇ ਹੇਤ ਵਾਸਤੇ, ਮਾਇਆ 'ਚ ਮੋਹ ਕਰਕੇ। ਸਰ ਪਰ ਹੋਵਤ ਜਾਨ ਅਨੇਤ। ਇਹ ਜਿੰਨੇ ਯਤਨ ਕਰਦਾ ਸਰ ਪਰ ਜ਼ਰੂਰ ਵਾਰ ਜ਼ਰੂਰ ਇਹ ਜਾਣੋ ਉਹ ਸਾਰੇ ਨਾਸ਼ ਹੀ ਹੋ ਜਾਂਦੇ ਹਨ, ਝੂਠੇ ਹੀ ਨਿਕਲਦੇ ਹਨ ਯਤਨ। ਬਿਰਖ ਕੀ ਛਾਇਆ ਸਿਉ ਰੰਗ ਲਾਵੈ। ਮਾਇਆ ਵਾਸਤੇ ਇਹਦੇ ਯਤਨ ਇਹੋ ਜਿਹੇ ਆ ਜਿਵੇਂ ਕੋਈ ਆਦਮੀ ਦਰਖਤ ਦੀ ਬ੍ਰਿਛ ਦੀ ਛਾਂ ਨੂੰ ਅਚਲ ਸਮਝ ਕੇ ਉਹਦੇ ਨਾਲ ਪ੍ਰੇਮ ਮਿੱਤਰਤਾ ਪਾ ਲਵੇ। ਇਹ ਬ੍ਰਿਛ ਦੀ ਛਾਂ ਹਿੱਲੇਗੀ, ਇੱਥੇ ਸਦਾ ਹੀ ਕਾਇਮ ਰਹੇਗੀ, ਭਾਵ ਮਿੱਤਰਤਾ ਪਾਉਂਦਾ ਹੈ। ਉਹ ਬਿਨਸੈ ਉਹ ਮਨ ਪਛਤਾਵੈ। ਇੱਥੇ ਸਾਧ ਸੰਗਤ ਜੀ ਧਿਆਨਯੋਗ ਇਹ ਗੱਲ ਹੈ ਕਿ ਉਹ ਪਹਿਲਾ ਜਿਹੜਾ ਉਹ ਹੈ ਉਹ ਖਿੱਚ ਕੇ ਬੋਲਣਾ, ਥੋੜਾ ਲੰਬਾ ਕਰਕੇ, ਕਿਉਂਕਿ ਊੜੇ ਦਾ ਮੂੰਹ ਖੁੱਲਾ ਹੈ। ਉਹ ਊੜੇ ਨੂੰ ਘੋੜਾ ਲੱਗਾ। ਉਹ ਬਿਨਸੈ, ਦੂਸਰਾ ਊੜਾ ਬੰਦ ਹੈ। ਉਹ ਮਨ ਪਛਤਾਵੈ। ਜਦੋਂ ਉਹ ਛਾਂ ਸੂਰਜ ਦੇ ਪੱਛਮ ਦੀ ਤਰਫ ਜਾਣੇ ਕਰਕੇ ਉਹ ਪੱਛੋਂ ਵੱਲੋਂ ਉਲਟ ਕੇ ਪੁਰੇ ਵੱਲ ਨੂੰ ਚਲੀ ਜਾਂਦੀ ਹੈ, ਭਾਵ ਪੂਰਬ ਵੱਲ ਚਲੀ ਜਾਂਦੀ ਹੈ। ਉਹ ਜਦੋਂ ਬਿਨਸ ਜਾਂਦੀ ਹੈ ਤਾਂ ਮਨ 'ਚ ਪਛਤਾਉਂਦਾ ਹੈ ਕਿ ਮੈਂ ਤਾਂ ਛਾਂ ਨੂੰ ਸੱਚੀ ਜਾਣ ਕੇ ਇੱਥੇ ਟਿਕਿਆ ਸੀ, ਇਹ ਤਾਂ ਚਲੀ ਗਈ। ਇਸੇ ਪ੍ਰਕਾਰ ਸਾਧ ਸੰਗਤ ਜੀ ਮਰਦ ਹੈ ਬ੍ਰਿਛ ਦੀ ਨਿਆਈ, ਇਹ ਛਾਂ ਹੈ ਮਾਇਆ, ਇਹਦੇ ਨਾਲ ਪ੍ਰੇਮ ਕਰਦੇ ਆ
ਇਹ ਜਦੋਂ ਪੱਛੋ ਦੀ ਤਰਫ ਸੂਰਜ ਜਾਣ ਵਾਂਗੂ ਪੁੰਨੀਆਂ ਪੁਰਖਾਂ ਦੇ ਪੱਛੋਂ ਦੀ ਤਰਫ ਚਲਿਆ ਜਾਵੇ ਉਹ ਸੂਰਜ, ਉਦੋਂ ਇਹ ਮਾਇਆ ਰੂਪੀ ਛਾਂ ਨਾਸ਼ ਹੋ ਜਾਂਦੀ ਹੈ। ਉਹਦੇ ਪੁੰਨ ਨਾਸ਼ ਹੋਣ ਤੇ ਇਹ ਮਨ 'ਚ ਫਿਰ ਪਛਤਾਵਾ ਕਰਦਾ, ਕਿਉਂ ਚਲੀ ਗਈ ਮਾਇਆ। ਇਹ ਹਾਲਤ ਹੁੰਦੀ ਰਹਿੰਦੀ ਹੈ ਇਸ ਦੀ। ਜੋ ਦਿਸੈ ਸੋ ਚਾਲਨਹਾਰ, ਜੋ ਕੁਛ ਪਦਾਰਥ ਦਿਸ ਰਹੇ ਆ, ਸੰਬੰਧੀ ਸਰੀਰ ਸਭ ਚਲਾਏਮਾਨ ਹਨ, ਨਾਸ਼ਵੰਤ ਹਨ, ਚੱਲਣ ਵਾਲੇ ਹਨ। ਲਪਟ ਰਹਿਓ ਤਹਿ ਅੰਧ ਅੰਧਾਰ। ਤੋ ਸਾਧ ਸੰਗਤ ਜੀ, ਲਪਟ ਰਹਿਓ, ਇਹਨੂੰ ਰਹਿਓ ਪੜ੍ਹਨਾ ਹਾਹੇ ਨਾਲ, ਰਹਿਓ ਨਹੀਂ ਪੜ੍ਹਨਾ। ਰਹਿਓ ਪੜਾਂਗੇ ਤੇ ਈੜੀ ਲੱਗ ਜਾਵੇਗੀ, ਬਾਣੀ ਸ਼ੁੱਧ ਤੋਂ ਅਸ਼ੁੱਧ ਹੋ ਜਾਵੇਗੀ। ਸੋ ਸ਼ੁੱਧ ਬਾਣੀ ਹੈ ਰਹਿਓ, ਰਹਿਓ। ਰਾਰਾ ਹਾਹੇ ਨੂੰ ਸਿਹਾਰੀ, ਕੂੜੇ ਦਾ ਮੂੰਹ ਖੁੱਲਾ ਹੈ। ਰਹਿਓ ਕਹਿੰਦੇ ਇਹ ਐਸਾ ਅੰਧਾ ਅਗਿਆਨੀ ਹੈ, ਅਗਿਆਨ ਦੇ ਅੰਧੇਰੇ ਕਰਕੇ ਅੰਨਾ ਹੋਇਆ ਹੈ। ਇਹਦੇ ਤੇ ਅਵਰਨ ਦਾ ਪਰਦਾ ਪਿਆ ਹੋਇਆ, ਇਹਨਾਂ 'ਚ ਹੀ ਲਪਟ ਰਿਹਾ। ਮਨ ਬੁੱਧ ਰੂਪੀ ਨੇਤਰਾਂ 'ਚ ਜਾਂ ਵੈਰਾਗ ਰੂਪੀ ਨੇਤਰ ਇਹਦੇ ਨਹੀਂ ਹਨ। ਪਰੋਖ ਅਪਰੋਖ ਰੂਪੀ ਨੇਤਰਾਂ ਤੋਂ ਅੰਧੇਰਾ ਹੈ, ਸੁਰਤੀ ਸਰੂਪ ਰੂਪੀ ਨੇਤਰ ਨਹੀਂ ਹਨ। ਐਸਾ ਅਗਿਆਨ ਰੂਪੀ ਅੰਧੇਰਾ ਪਿਆ ਹੋਇਆ ਹੈ, ਇਹਦੇ ਅੰਦਰ ਅੰਨਾ ਹੋਇਆ ਪਿਆ ਹੈ। ਜਿਵੇਂ ਸਤਿਗੁਰੂ ਜੀ ਫਰਮਾਉਂਦੇ ਹਨ ਵੀ ਅੰਨਾ ਮਨੁੱਖ ਕੌਣ ਹੈ ਜਾਂ ਸੁਜਾਖਾ ਮਨੁੱਖ ਕੌਣ ਹੈ। ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 954 ਤੇ ਫਰਮਾਉਂਦੇ ਹਨ, ਅੰਧੇ ਇਹ ਨ ਆਖੀਅਨ ਜਿਨ ਮੁਖ ਲੋਇਣ ਨਾਹਿ। ਸਤਿਗੁਰੂ ਜੀ ਫਰਮਾਉਂਦੇ, ਭਾਈ ਮਤੇ ਅੰਨੇ ਉਹਨਾਂ ਨੂੰ ਕਿਹੋ ਜਿਨ੍ਹਾਂ ਦੇ ਅੱਖਾਂ ਨਹੀਂ ਹਨ, ਉਹ ਅੰਨੇ ਨਹੀਂ। ਸਤਿਗੁਰੂ ਕਹਿੰਦੇ, ਅੰਧੇ ਸੇਈ ਨਾਨਕਾ ਖਸਮੋਂ ਕੁੱਥੇ ਜਾਹਿ। ਜਿਹੜੇ ਖਸਮ ਦੇ ਪਾਸੋਂ ਕੁੱਥੇ ਭਾਵ ਪ੍ਰੇਮ ਤੋਂ ਸਖਣੇ ਹਨ, ਉਹਨਾਂ ਨੂੰ ਅੰਨੇ ਮੰਨੋ। ਬਟਾਊ ਸਿਓ ਜੋ ਲਾਵੈ ਨੇਹ। ਸਾਧ ਸੰਗਤ ਜੀ, ਬਟਾਊ ਬੀਕਾਨੇਰ ਦੀ ਬੋਲੀ ਹੈ। ਰਾਹੀਆਂ ਦਾ ਨਾਂ ਹੈ ਬਟਾਊ। ਜਿਹੜਾ ਬਟਾਊ ਰਾਹੀਆਂ ਨਾਲ ਪ੍ਰੇਮ ਪਾ ਲਵੇ, ਮੁਸਾਫਰ ਨਾਲ ਪ੍ਰੇਮ ਪਾ ਲਵੇ, ਰਾਹੀ ਜੋ ਚਲਿਆ ਜਾਣ ਵਾਲਾ ਹੈ ਉਹਨੂੰ ਸਮਝ ਲਵੇ ਕਿ ਇੱਥੇ ਹੀ ਰਹੇਗਾ। ਤਾ ਕਉ ਹਾਥ ਨ ਆਵੈ ਕੇ। ਸਤਿਗੁਰੂ ਫਰਮਾਉਂਦੇ, ਭਾਈ ਤਾ ਕਉ, ਉਹਦੇ ਹੱਥ ਵਿੱਚ ਕੁਛ ਨਹੀਂ ਆਉਂਦਾ। ਹਾਥ ਨ ਆਵੈ ਕੇ, ਇੱਥੇ ਨਾ ਨਹੀਂ ਪੜ੍ਹਨਾ, ਨੰਨਾ ਮੁਕਤਾ ਹੈ। ਨੰਨੇ ਨੂੰ ਨਾ ਤਾਂ ਕੰਨਾ ਲੱਗਾ ਹੈ, ਫਿਰ ਅਸੀਂ ਨਾ ਕਿਉਂ ਪੜਾਂਗੇ, ਇਹਨੂੰ ਪੜਾਂਗੇ ਨਾ ਪੋਲਾ ਜਿਹਾ। ਤਾ ਕਉ ਹਾਥ ਨ ਆਵੈ ਕੇ, ਉਹਦੇ ਹੱਥ ਕੁਝ ਨਹੀਂ ਆਉਂਦਾ। ਇਸੇ ਪ੍ਰਕਾਰ ਇਹ ਸਰੀਰ ਬਟਾਊ ਹੈ। ਇਹ ਸਰੀਰ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੰਗ 176। ਇਹ ਰਾਹੀ ਦੀ ਨਿਆਈ ਹੈ ਜੀਵ। ਕਦੇ ਕਿਸੇ ਦੇਹ ਨੂੰ ਧਾਰਦਾ ਪ੍ਰਾਲਬਧ ਅਨੁਸਾਰ, ਕਦੇ ਕਿਸੇ ਦੇਹ ਨੂੰ ਧਾਰਦਾ। ਇਸ ਦੇਹ ਨਾਲ ਜਿਹੜਾ ਹਿੱਤ ਲਾਉਂਦਾ ਹੈ, ਉਹਨਾਂ ਦੇ ਕੋਈ ਪਦਾਰਥ ਵੀ ਕਿਸੇ ਪ੍ਰਕਾਰ ਦਾ ਹੱਥ ਨਹੀਂ ਆਉਂਦਾ ਹੈ। ਮਨ ਹਰਿ ਕੇ ਨਾਮ ਕੀ ਪ੍ਰੀਤ ਸੁਖਦਾਈ। ਇਸ ਕਰਕੇ ਹੇ ਮੇਰੇ ਪਿਆਰੇ ਮਨਾ, ਇਹ ਜੀਵੜਾ ਰੱਖਿਆ ਨਹੀਂ ਜਾਣਾ। ਕਿਸ ਪ੍ਰਕਾਰ ਰੱਖੋਗੇ? ਸਰੀਰ ਅੰਤ ਨੂੰ ਚਲਿਆ ਹੀ ਜਾਵੇਗਾ। ਇਸ ਕਰਕੇ ਮਨਾ, ਪਰਮੇਸ਼ਰ ਦੇ ਨਾਮ ਨਾਲ ਹੀ ਪ੍ਰੀਤੀ ਲਾਉਣੀ ਇਹ ਸੁਖਦਾਇਕ ਹੈ। ਕਰ ਕਿਰਪਾ ਨਾਨਕ ਆਪ ਲਏ ਲਾਈ। ਜਿਨ੍ਹਾਂ ਦੇ ਉੱਤੇ ਕਿਰਪਾ ਦ੍ਰਿਸ਼ਟੀ ਸਤਿਗੁਰੂ ਜੀ ਕਰਦੇ ਆ, ਉਹਨਾਂ ਨੂੰ ਆਪ ਦੇ ਸਰੂਪ ਵਿੱਚ
ਗੁਰੂ ਸਾਹਿਬ ਜੀ ਕਹਿੰਦੇ ਲਾ ਲੈਂਦੇ ਆ ਅਤੇ ਜਿਨ੍ਹਾਂ ਨੂੰ ਅਕਾਲ ਪੁਰਖ ਨਾਮ ਚਲਾਉਂਦਾ ਉਹ ਲੱਗ ਜਾਂਦੇ ਹਨ। ਸੋ ਗੁਰੂ ਪਿਆਰੀ ਸੰਗਤ ਜੀ, ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਕਰਦੇ ਹਾਂ। ਪੰਜਵੀਂ ਅਸ਼ਟਪਦੀ ਦੇ ਤੀਜੇ ਪਦੇ ਤੱਕ ਸਾਡੀ ਵਿਚਾਰ ਸਤਿਗੁਰੂ ਜੀ ਨੇ ਆਪ ਮਿਹਰਾਂ ਦਾ ਹੱਥ ਰੱਖ ਕੇ ਕਰਵਾਈ ਹੈ ਔਰ ਕੱਲ ਤੋਂ ਅਸੀਂ ਫਿਰ ਜੋ ਤੀਜੇ ਪਦੇ ਤੋਂ ਅੱਗੇ ਚੌਥੇ ਪਦੇ ਦੀ ਵਿਚਾਰ ਤੋਂ ਲੈ ਕੇ 8ਵੇਂ ਪਦੇ ਤੱਕ ਵਿਚਾਰ ਸਤਿਗੁਰੂ ਕਰਵਾਉਣਗੇ। ਸੋ ਅੱਖਰ ਬੋਲਦਿਆਂ ਗੁਰਬਾਣੀ ਸਾਹਿਬ ਜੀ ਨੂੰ ਗਾਇਨ ਕਰਦਿਆਂ ਵਿਚਾਰ ਕਰਦਿਆਂ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣਹਾਰ ਪਿਤਾ ਹਨ, ਸਮਰੱਥ ਗੁਰੂਦੇਵ ਹਨ, ਬਖਸ਼ ਲੈਣ। ਆਪ ਸਾਧ ਸੰਗਤ ਜੀ ਬਖਸ਼ਣਯੋਗ ਹੋ, ਆਪ ਜੀ ਨੇ ਬਖਸ਼ ਲੈਣਾ। ਆਓ ਸਮਾਪਤੀ ਵਾਲੀਆਂ ਪੰਕਤੀਆਂ ਇਸ ਤੀਜੇ ਪਦੇ ਤੱਕ ਜੋ ਵਿਚਾਰ ਹੋਈ ਪੜ੍ਹ ਲਈਏ, ਸਰਵਣ ਕਰਨਾ ਕਰੀਏ, ਫਿਰ ਸਮਾਪਤੀ ਹੈ। ਮਨ ਹਰਿ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।